ਸਭ ਤੋਂ ਪਹਿਲਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਚਰਨਾਂ 'ਚ ਜੁੜ ਬੈਠੀ ਸਾਧ ਸੰਗਤ ਜੀ। ਸਭ ਤੋਂ ਪਹਿਲਾਂ ਗੁਰੂ ਕੀ ਫਤਿਹ ਪ੍ਰਵਾਨ ਕਰੋ ਜੀ। ਸਾਰੇ ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੈਸੇ ਮੇਰਾ ਵਿਚਾਰ ਤੇ ਨਹੀਂ ਸੀ, ਪਰ ਸੰਗਤ ਦੀ ਸ਼ਰਧਾ ਵੇਖ ਕੇ ਕੱਲ੍ਹ ਵੀ ਗੁਰਮੁਖਾਂ ਨਾਲ ਮਿਸ਼ਨ ਹੋਏ, ਪਰਸੋਂ ਵੀ ਸੋ ਮਨ ਦੇ ਵਿੱਚ ਥੋੜ੍ਹੀ ਜਿਹੀ ਵਿਚਾਰ ਬਣੀ ਕਿ ਇੱਕ ਵਿਚਾਰ ਜ਼ਰੂਰ ਸਾਂਝਾ ਕਰਨਾ ਚਾਹੀਦਾ ਹੈ। ਸੋ ਉਹ ਵਿਚਾਰ ਇਹ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਕਿ ਸਮਾਂ ਭਾਵੇਂ ਕਿਹੋ ਜਿਹਾ ਮਰਜ਼ੀ ਹੋਵੇ, ਭਾਵੇਂ ਸਤਿਯੁਗ ਦਾ ਸੀ, ਭਾਵੇਂ ਤ੍ਰੇਤੇ ਯੁੱਗ ਦਾ, ਭਾਵੇਂ ਦੁਆਪਰ ਦੀ ਗੱਲ ਕਰੀਏ, ਭਾਵੇਂ ਕਲਯੁਗ ਦੀ ਗੱਲ ਕਰੀਏ, ਪਰ ਰੱਬ ਵੀ ਉਹੀ ਹੈ, ਗੁਰੂ ਵੀ ਉਹੀ ਹੈ ਅਤੇ ਗੁਰੂ ਦੀਆਂ ਸੰਗਤਾਂ ਵੀ ਉਹੀ ਹੈ। ਪਰ ਅੱਜ ਸਾਡੇ ਅੰਦਰ ਸਾਧ ਸੰਗਤ ਦੀ ਸਭ ਤੋਂ ਵੱਡੀ ਜਿਹੜੀ ਘਾਟ ਹੈ ਉਹ ਇਹ ਆ ਕਿ ਸਾਡੇ ਅੰਦਰ ਜਿਹੜੀ ਗੁਰੂ ਕੀ ਸ਼ਰਧਾ ਹੈ ਉਹ ਘਟਦੀ ਜਾ ਰਹੀ ਹੈ। ਕੁਝ ਸਮੇਂ ਦਾ ਪ੍ਰਭਾਵ ਹੀ ਐਸਾ, ਕਲਯੁਗ ਦਾ ਸਮਾਂ ਹੀ ਐਸਾ ਹੈ ਕਿ ਸਾਡੇ ਅੰਦਰ ਜਿਹੜੀ ਸ਼ਰਧਾ ਹੈ ਉਹ ਘਟਦੀ ਜਾ ਰਹੀ ਹੈ। ਧਿਆਨ ਦੇਣਾ, ਇੱਕ ਛੋਟੀ ਜਿਹੀ ਸਾਖੀ ਆਪ ਜੀ ਨਾਲ ਸਾਂਝੀ ਕਰਨੀ ਹੈ, ਉਸ ਤੋਂ ਉਪਰੰਤ ਸਮਾਪਤੀ ਹੈ। ਇਤਿਹਾਸ ਆਉਂਦਾ ਕਿ ਕਿਸੇ ਨਗਰ ਦੇ ਵਿੱਚ ਕਹਿੰਦੇ ਮੀਂਹ ਨਹੀਂ ਸੀ ਪੈ ਰਿਹਾ, ਅਤੇ ਜਦੋਂ ਗਰਮੀ ਦਾ ਮੌਸਮ ਹੋਵੇ ਅਤੇ ਮੀਂਹ ਦੀ ਬੰਦੇ ਨੂੰ ਲੋੜ ਹੋਵੇ ਅਤੇ ਹਰ ਇੱਕ ਦੇ ਮਨ ਦੀ ਭਾਵਨਾ ਹੁੰਦੀ ਕਿ ਬਾਰਿਸ਼ ਹੋਵੇ, ਹਰ ਕੋਈ ਅਰਦਾਸਾਂ ਕਰਦਾ। ਪਰ ਫਿਰ ਵੀ ਕਹਿੰਦੇ ਜਦੋਂ ਮੀਂਹ ਨਾ ਪਿਆ, ਇਹ ਪੁਰਾਣੇ ਸਮੇਂ ਦੀ ਗੱਲ ਹੈ ਸਾਧ ਸੰਗਤ ਜੀ, ਲਹਿੰਦੇ ਪੰਜਾਬ ਦੀ। ਅਤੇ ਕਹਿੰਦੇ ਜਦੋਂ ਮੀਂਹ ਨਾ ਪਿਆ ਅਤੇ ਹੋਇਆ ਕਿ ਉਹਨਾਂ ਨੇ ਇਕੱਠੇ ਹੋ ਕਰਕੇ ਇੱਕ ਮਹਾਂਪੁਰਸ਼ ਨੂੰ ਬੇਨਤੀ ਕੀਤੀ ਕਿ ਕਹਿੰਦੇ ਮਹਾਂਪੁਰਸ਼ੋ, ਤੁਸੀਂ ਰੱਬ ਰੂਪ ਹੋ, ਸਾਡੇ ਤੇ ਰੱਬ ਸੁਣਦਾ ਨਹੀਂ, ਅਤੇ ਤੁਸੀਂ ਅਰਦਾਸ ਬੇਨਤੀ ਕਰੋ ਤਾਂ ਜੋ ਜਿਹੜਾ ਮੀਂਹ ਹੈ ਪੈ ਜਾਵੇ। ਹੋ ਸਕਦਾ ਕਿ ਤੁਹਾਡੀ ਅਰਦਾਸ ਪ੍ਰਵਾਨ ਹੋ ਜਾਵੇ। ਅਤੇ ਸਾਧ ਸੰਗਤ ਜੀ ਜਦੋਂ ਸਾਰੀਆਂ ਸੰਗਤਾਂ ਨੇ ਇਕੱਠੇ ਹੋ ਕਰਕੇ ਮਹਾਂਪੁਰਸ਼ਾਂ ਨੂੰ ਆਖਿਆ ਅਤੇ ਮਹਾਂਪੁਰਸ਼ ਕਹਿਣ ਲੱਗੇ ਕਿ ਭਾਈ ਸੰਗਤ ਜਿਹੜੀ ਆ ਗੁਰੂ ਰੂਪ ਹੈ, ਵੈਸੇ ਤਾਂ ਸੰਗਤ ਵੀ ਅਰਦਾਸ ਕਰੇ ਅਤੇ ਰੱਬ ਸੁਣਦਾ ਹੈ, ਪਰ ਜੇ ਤੁਹਾਨੂੰ ਲੱਗਦਾ ਕਿ ਅਸੀਂ ਅਰਦਾਸ ਕਰੀਏ ਅਤੇ ਸਾਡੀ ਬੇਨਤੀ ਪ੍ਰਵਾਨ ਹੋਵੇ ਅਤੇ ਸੰਗਤ ਦਾ ਹੁਕਮ ਅਸੀਂ ਮੋੜ ਨਹੀਂ ਸਕਦੇ। ਅਤੇ ਸਾਧ ਸੰਗਤ ਜੀ ਮਹਾਂਪੁਰਖਾਂ ਨੇ ਕਿਹਾ ਕਿ ਭਾਈ ਇੰਝ ਕਰੋ ਕਿ ਖੁੱਲ੍ਹੇ ਪੰਡਾਲ ਦੇ ਵਿੱਚ ਇੱਕ ਪੰਡਾਲ ਬਣਾਓ ਅਤੇ ਉਸ ਪੰਡਾਲ ਦੇ ਵਿੱਚ ਜਿਹੜਾ ਐਸਾ ਮਤਲਬ ਭਾਵ ਕੇ ਉੱਤੇ ਪੰਨਾ ਪਾ ਕੇ ਇਸ ਤਰ੍ਹਾਂ ਜਿਹੜਾ ਉੱਥੇ ਪ੍ਰਕਾਸ਼ ਕਰੋ ਗੁਰੂ ਸਾਹਿਬ ਦਾ ਕਿ ਜਿਹੜਾ ਮੀਂਹ ਦੇ ਵਿੱਚ ਭਿੱਜ ਨਾ ਸਕੇ, ਅਤੇ ਇੱਕ ਅਖੰਡ ਪਾਠ ਪ੍ਰਕਾਸ਼ ਕਰੋ ਅਤੇ ਨਾਲ ਜਿਹੜਾ ਹੈ ਗੁਰੂ ਕਾ ਲੰਗਰ ਵੀ 3 ਦਿਨ ਵਰਤੇ, ਅਤੇ ਜਿਹੜਾ ਵੀ ਆਵੇ ਉਸ ਲੰਗਰ ਛਕ ਕਰਕੇ ਜਾਵੇ, ਪੂਰੀ ਭਾਵਨਾ ਦੇ ਨਾਲ ਸੇਵਾ ਕਰੋ, ਅਖੰਡ ਪਾਠ ਕਰਵਾਓ, ਅਰਦਾਸ ਬੇਨਤੀ ਕਰੋ ਅਤੇ ਪਰਮੇਸ਼ਰ ਕਿਰਪਾ ਕਰੇਗਾ, ਭਾਈ ਮੀਂਹ ਵੀ ਪੈ ਜਾਵੇਗਾ। ਅਤੇ ਜਦੋਂ ਐਸੇ ਬਚਨ ਹੋਏ ਅਤੇ ਸਾਧ ਸੰਗਤ ਜੀ ਹੁਣ ਧਿਆਨ ਦੇਣਾ ਕਿ ਹਰ ਬੰਦੇ ਦੀ ਆਪੋ ਆਪਣੀ ਅਵਸਥਾ ਹੁੰਦੀ, ਇਹ ਆਪਣੇ 'ਤੇ ਵੀ ਆਉਣੀ ਆ ਗੱਲ ਆਪਾਂ ਕੀਤੀ ਹੈ ਸ਼ਰਧਾ ਦੀ। ਧਿਆਨ ਦੇਣਾ, ਕਹਿੰਦੇ ਕਿ ਜਦੋਂ ਇਹ ਗੱਲ ਹੋਈ ਅਤੇ ਵਿੱਚ ਕੁਝ ਖੜ੍ਹੇ ਸਨ ਨਿਸ਼ਰਤਕ ਲੋਕ। ਜਦੋਂ ਕੋਈ ਵੀ ਕਾਰਜ ਕਰੀਏ ਸਾਰੇ ਸ਼ਰਧਾਵਾਨ ਨਹੀਂ ਹੁੰਦੇ, ਵਿੱਚ ਨਿਸ਼ਰਤਕ ਵੀ ਹੁੰਦੇ। ਉਹ ਕਹਿਣ ਲੱਗੇ ਕਿ ਆਏ ਤੇ ਮੀਂਹ ਪਵਾਉਣ ਵਾਸਤੇ ਸੀ, ਲਓ ਹੁਣ ਕਹਿੰਦੇ ਪਵਾ ਲਓ ਮੀਂਹ, ਕਹਿੰਦੇ ਹੁਣ ਅਖੰਡ ਪਾਠ ਕਰਾਓ, ਖਰਚਾ ਕਰੋ, ਕਹਿੰਦੇ ਫਿਰ ਜਾ ਕੇ ਮੀਂਹ ਪਊਗਾ। ਜੇ ਕਹਿੰਦੇ ਇਹ ਕੰਮ ਹੀ ਕਰਨਾ ਸੀ, ਇੱਥੇ ਆਉਣ ਦੀ ਕੀ ਲੋੜ ਸੀ। ਚਲੋ ਜਿਹੜੇ ਸ਼ਰਧਾਵਾਨ ਸੀ ਸਾਧ ਸੰਗਤ ਜੀ ਆਏ, ਉਹਨਾਂ ਨੇ ਆ ਕਰਕੇ ਟੈਂਟ ਲਾਇਆ, ਪੂਰਾ ਪ੍ਰਬੰਧ ਕੀਤਾ ਅਤੇ ਸਾਧ ਸੰਗਤ ਜੀ ਅਖੰਡ ਪਾਠ ਕੀਤਾ। ਅਖੰਡ ਪਾਠ 3 ਦਿਨ ਲੰਗਰ ਚੱਲਿਆ, ਪਰ ਸਾਧ ਸੰਗਤ ਜੀ ਅਰਦਾਸ ਬੇਨਤੀ ਹੋਈ ਅਤੇ ਪਰ ਜਿਹੜਾ ਮੀਂਹ ਸੀ ਉਹ ਪਿਆ ਨਹੀਂ। ਜਦੋਂ ਮੀਂਹ ਨਾ ਪਿਆ ਅਤੇ ਜਿਹੜੇ ਨਿਸ਼ਰਤਕ ਲੋਕ ਸੀ ਉਹ ਕਹਿਣ ਲੱਗੇ ਕਿ ਅਸੀਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਐਵੇਂ ਸਾਧਾਂ ਦੇ ਚੱਕਰ 'ਚ ਪੈ ਫਿਰਦੇ ਹੋ, ਇਹ ਮੀਂਹ ਨਹੀਂ ਪੈਣਾ, ਇਹ ਤਾਂ ਐਵੇਂ ਗੱਲਾਂ ਨੇ, ਇੰਨਾ ਖਰਚਾ ਕੀਤਾ ਰੱਬ ਨੇ ਅਤੇ ਸੁਣੀ ਨਹੀਂ।
ਤੇ ਸਾਧ ਸੰਗਤ ਜੀ ਉਹ ਸੰਗਤ ਇਕੱਠੀ ਹੋ ਕੇ ਮਹਾਂਪੁਰਸ਼ਾਂ ਕੋਲੇ ਗਈ। ਕਹਿਣ ਲੱਗੇ ਕਿ ਮਹਾਂਪੁਰਖੋ ਜਿਵੇਂ ਤੁਸੀਂ ਕਿਹਾ ਸੀ ਸਾਰਾ ਉਵੇਂ ਕੀਤਾ, ਪਰ ਬਾਰਿਸ਼ ਤੇ ਹੋਈ ਨਹੀਂ, ਮੀਂਹ ਤੇ ਪਿਆ ਹੀ ਨਹੀਂ। ਤੇ ਮਹਾਂਪੁਰਖ ਕਹਿਣ ਲੱਗੇ ਕਿ ਭਾਈ ਬੰਦਾ ਭੁੱਲਣਹਾਰ ਹੈ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਕਹਿੰਦੇ ਭਾਈ ਕੋਈ ਉਣਤਾ ਹੀ ਰਹਿ ਗਈ ਹੋਏਗੀ। ਇਹ ਕਿਵੇਂ ਹੋ ਸਕਦਾ ਕਿ ਜੇ ਅਸੀਂ ਸ਼ਰਧਾ ਦੇ ਨਾਲ ਕਾਰਜ ਕਰੀਏ ਤੇ ਗੁਰੂ ਪ੍ਰਵਾਨ ਨਾ ਕਰੇ ਤੇ ਪਰਮੇਸ਼ਰ ਕਿਰਪਾ ਨਾ ਕਰੇ। ਉਹ ਕਹਿੰਦੇ ਭਾਈ ਚਲੋ ਕੋਈ ਗੱਲ ਨਹੀਂ, ਜੇ ਇੱਕ ਵਾਰ ਗੱਲ ਨਹੀਂ ਬਣੀ ਤੇ ਦੂਜੀ ਵਾਰ ਆਪਣੀ ਜਿਹੜੀ ਗਲਤੀ ਹੈ ਉਹ ਸੁਧਾਰ ਲੈਣੀ ਚਾਹੀਦੀ ਆ। ਕਹਿੰਦੇ ਭਾਈ ਦੂਸਰੀ ਵਾਰ ਖੰਡ ਪਾਠ ਪ੍ਰਕਾਸ਼ ਕਰੋ ਤੇ ਮੀਂਹ ਪਏਗਾ। ਜਦੋਂ ਦੂਜੀ ਵਾਰੀ ਗੱਲ ਆਈ ਤੇ ਸਾਧ ਸੰਗਤ ਜੀ, ਕਿਉਂਕਿ ਰੱਬ ਲਾਲਾ ਕਸਵੱਟੀਆਂ ਪਰਖਦਾ ਆਪਣੇ ਪਿਆਰਿਆਂ ਨੂੰ, ਤੇ ਕਈ ਵਾਰੀ ਫਿਰ ਰੱਬ ਵੀ ਜਿਹੜਾ ਸਾਧ ਸੰਗਤ ਜੀ ਉਹ ਪਰਖ ਕਰਦਾ ਹੈ। ਤੇ ਪਰਖ ਸਾਰਿਆਂ ਦੀ ਹੁੰਦੀ, ਇਹ ਨਹੀਂ ਗੱਲ ਕਿ ਮਹਾਂਪੁਰਖਾਂ ਦੀ ਨਹੀਂ ਜਾਂ ਸੰਗਤ ਦੀ ਨਹੀਂ, ਸਭ ਦੀ ਪਰਖ ਹੁੰਦੀ ਹੈ। ਜਦੋਂ ਦੂਸਰੀ ਵਾਰ ਵੀ ਕਹਿੰਦੇ ਸੰਗਤ ਨੇ ਇਸੇ ਤਰ੍ਹਾਂ ਕੀਤਾ, ਪਰ ਸਾਧ ਸੰਗਤ ਜੀ ਕਹਿੰਦੇ ਦੂਸਰੀ ਵਾਰ ਵੀ ਮੀਂਹ ਨਹੀਂ ਪਿਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਦੋਂ ਦੂਸਰੀ ਵਾਰ ਵੀ ਮੀਂਹ ਨਾ ਪਿਆ ਤੇ ਸਾਧ ਸੰਗਤ ਜੀ ਹੁਣ ਜਿਹੜੇ ਕੱਚੇ ਸੀ ਉਹ ਤੇ ਜਿਹੜੇ ਸਾਰੇ ਝੜ ਗਏ, ਕੁਝ ਕੁ ਗੁਰਮੁਖ ਰਹਿ ਗਏ 5-7। ਤੇ ਉਹ ਕਹਿਣ ਲੱਗੇ ਕਿ ਇੱਕ ਵਾਰੀ ਮਹਾਂਪੁਰਸ਼ਾਂ ਨੂੰ ਜਾ ਕੇ ਪੁੱਛਣਾ ਜ਼ਰੂਰ ਚਾਹੀਦਾ ਹੈ ਵੀ ਇਹਦਾ ਕੀ ਕਾਰਨ ਹੈ। ਜਦੋਂ ਦੂਸਰੀ ਵਾਰ ਮਹਾਂਪੁਰਸ਼ਾਂ ਦੇ ਕੋਲ ਗਏ ਤੇ ਕਹਿਣ ਲੱਗੇ ਕਿ ਮਹਾਂਪੁਰਖੋ ਜਿਵੇਂ ਤੁਸੀਂ ਕਿਹਾ ਸੀ ਸਦਾਈ ਕੀਤੀ ਹੈ, ਭਾਵ ਆਪਣੀ ਭੁੱਲ ਬਖਸ਼ਾਉਣ ਲਈ ਦੁਬਾਰਾ ਕਾਰਜ ਕੀਤਾ, ਪਰ ਮੀਂਹ ਨਹੀਂ ਪਿਆ। ਤੇ ਮਹਾਂਪੁਰਸ਼ ਜਿਹੜੇ ਸੀ ਉਹ ਨਿਮਰਤਾ ਵਿੱਚ ਆਏ। ਕਹਿਣ ਲੱਗੇ ਕਿ ਭਾਈ ਕੋਈ ਉਣਤਾ ਹੀ ਰਹਿ ਗਈ ਹੋਵੇਗੀ। ਕਹਿੰਦੇ ਕੋਈ ਗੱਲ ਨਹੀਂ, ਕਹਿੰਦੇ ਚਲੋ ਅਸੀਂ ਵੀ ਤੁਹਾਡੇ ਨਾਲ ਚੱਲਦੇ ਹਾਂ। ਤੇ ਜਦੋਂ ਸਾਧ ਸੰਗਤ ਜੀ ਤੀਸਰੀ ਵਾਰ ਖੰਡ ਪਾਠ ਪ੍ਰਕਾਸ਼ ਕੀਤਾ ਤੇ ਮਹਾਂਪੁਰਸ਼ਾਂ ਨੇ ਫਿਰ ਆਪ ਜਿਹੜੀ ਸੀ ਅਰਦਾਸ ਕੀਤੀ। ਉਹ ਕਹਿਣ ਲੱਗੇ ਕਿ ਭਾਈ ਅਸੀਂ ਆਪ ਬੇਨਤੀ ਕਰਦੇ ਹਾਂ, ਕਿਤੇ ਸੰਗਤ ਦੇ ਮਨ ਦੇ ਵਿੱਚ ਇਹ ਨਾ ਰਹਿ ਜਾਵੇ ਕਿ ਜੇ ਮਹਾਂਪੁਰਸ਼ ਅਰਦਾਸ ਕਰਦੇ ਖੌਰੇ ਮੀਂਹ ਪੈ ਜਾਂਦਾ। ਉਹ ਕਹਿਣ ਲੱਗੇ ਕਿ ਭਾਈ ਇਹ ਹੁਣ ਬੇਨਤੀ ਹੁਣ ਸਾਨੂੰ ਹੀ ਕਰਨੀ ਪੈਣੀ, ਹੁਣ ਸਾਡੀ ਵੀ ਪਰਖ ਹੈ, ਹੁਣ ਧਿਆਨ ਦੇਣਾ ਜਿਹੜੀ ਗੱਲ ਆਪਣੇ ਤੇ ਆਉਂਦੀ ਹੈ। ਜਦੋਂ ਮਹਾਂਪੁਰਖਾਂ ਨੇ ਬੇਨਤੀ ਕੀਤੀ, ਅਰਦਾਸ ਕੀਤੀ, ਤੇ ਅਰਦਾਸ ਦੇ ਵਿੱਚ ਕੀ ਆਖਿਆ ਹੁਣ ਧਿਆਨ ਦੇਣਾ, ਇਸ ਚੀਜ਼ ਜਿਹੜੀ ਨੋਟ ਕਰਨ ਵਾਲੀ ਹੈ। ਮਹਾਂਪੁਰਸ਼ਾਂ ਨੇ ਅਰਦਾਸ ਕੀਤੀ, ਕਹਿੰਦੇ ਸੱਚੇ ਪਾਤਸ਼ਾਹ ਗਰੀਬ ਨਵਾਜ਼ ਕਿ ਸਮਾਂ ਤੇ ਕਲਯੁਗ ਦਾ ਭਿਆਨਕ ਹੈ। ਕਿਸੇ ਦੇ ਮਨ ਦੇ ਵਿੱਚ ਸ਼ਰਧਾ ਜਿਹੜੀ ਹੁਣ ਹਰ ਇੱਕ ਦੇ ਅੰਦਰ ਘਟਦੀ ਜਾ ਰਹੀ ਹੈ, ਤੇ ਤੁਹਾਡੀ ਜਿਹੜੀ ਪਰਖ ਤੇ ਕਸਵੱਟੀ ਬੜੀ ਜਿਹੜੀ ਹੈ ਵੱਡੀ ਹੈ, ਭਾਰੀ ਹੈ। ਇਸ ਵਾਸਤੇ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨ ਕੋਏ, ਰਾਮ ਕਸੌਟੀ ਸੋ ਸਹੈ ਜੋ ਮਰ ਜੀਵਾ ਹੋਏ। ਉਹਦੀ ਕਸੌਟੀ ਹਰ ਕੋਈ ਨਹੀਂ ਸਹਿ ਸਕਦਾ। ਤੇ ਮਹਾਂਪੁਰਖਾਂ ਨੇ ਬੇਨਤੀ ਕੀਤੀ, ਕਹਿੰਦੇ ਸੱਚੇ ਪਾਤਸ਼ਾਹ ਅਸੀਂ ਇਹ ਨਹੀਂ ਪੁੱਛਾਂਗੇ ਕਿ ਤੁਸੀਂ ਮੀਂਹ ਕਿਉਂ ਨਹੀਂ ਪਾਇਆ, ਕਿਉਂਕਿ ਸਾਡੇ ਵਿੱਚ ਕਮੀਆਂ ਰਹਿ ਗਈਆਂ ਹੋਣਗੀਆਂ, ਪਰ ਕਹਿੰਦੇ ਬੇਨਤੀ ਇਹ ਹੈ ਕਿ ਹੇ ਗੁਰੂ ਸਾਹਿਬ ਜੀ ਕਿਰਪਾ ਕਰੋ ਕਿ ਜਿਨ੍ਹਾਂ ਭਾਵਨਾ ਨੂੰ ਲੈ ਕਰਕੇ ਜਿਹੜੀਆਂ ਸੰਗਤਾਂ ਨੇ ਜਿਹੜਾ ਵਚਨ ਕਮਾਇਆ ਹੈ, ਜੇ ਕੋ ਵਚਨ ਕਮਾਵੇ ਸੰਤਨ ਕਾ ਗੁਰ ਪ੍ਰਸਾਦੀ ਤਰੀ। ਕਹਿੰਦੇ ਮਹਾਰਾਜ ਜਿਨ੍ਹਾਂ ਦੀ ਭਾਵਨਾ ਹੈ ਉਹਨਾਂ 'ਤੇ ਤਾਂ ਕਿਰਪਾ ਕਰੋ। ਚਲੋ ਜਿਨ੍ਹਾਂ ਦੀ ਭਾਵਨਾ ਨਹੀਂ, ਪਰ ਜੇ ਹੁਣ ਵੀ ਤੁਸੀਂ ਕਿਰਪਾ ਨਾ ਕੀਤੀ ਤੇ ਸੰਸਾਰ ਦੇ ਤੋਂ ਭਾਵਨਾ ਦਾ ਹੀ ਨਾਸ਼ ਹੋ ਜਾਣਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੇ ਕਹਿੰਦੇ ਜਦ ਅਰਦਾਸ ਹੋਈ ਤੇ ਅਰਦਾਸ ਹੋਣ ਤੋਂ ਬਾਅਦ ਕਹਿੰਦੇ ਜਦ ਹੁਕਮਨਾਮਾ ਆਇਆ ਤੇ ਹੁਕਮਨਾਮਾ ਜੇ ਲੈਂਦੇ ਪਏ ਸੀ, ਕਹਿੰਦੇ ਇੱਕਦਮ ਬੱਦਲ ਗਰਜੇ ਤੇ ਜਿਹੜਾ ਸਾਧ ਸੰਗਤ ਸੀ ਮੀਂਹ ਭਾਰੀ ਬਾਰਿਸ਼ ਉਹ ਸ਼ੁਰੂ ਹੋ ਗਈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪਰ ਹੁਣ ਧਿਆਨ ਦੇਣਾ, ਹੁਣ ਇੱਥੇ ਗੱਲ ਆਉਂਦੀ ਹੈ ਆਪਣੇ ਦੀ ਵੀ। ਹੁਣ ਅਸੀਂ ਕਈ ਵਾਰੀ ਕੀ ਕਰਦੇ ਹਾਂ ਕਿ ਕੋਈ ਕਾਰਜ ਹੁੰਦਾ ਤੇ ਉਹ ਕਾਰਜ ਕਰਨ ਵਾਸਤੇ ਅਸੀਂ ਵੀ ਬੇਨਤੀ ਕਰਦੇ ਹਾਂ, ਗ੍ਰੰਥੀ ਸਿੰਘ ਤੋਂ ਵੀ ਕਰਵਾਉਂਦੇ ਆ। ਪਰ ਧਿਆਨ ਦੇਣਾ ਸਾਧ ਸੰਗਤ ਜੀ, ਸਾਡੇ ਮਨ ਦੇ ਵਿੱਚ ਕੀ ਹੁੰਦਾ, ਕਈ ਕਹਿਣਗੇ ਕਿ ਇੱਥੋਂ ਅਰਦਾਸ ਕਰਾ ਲਓ, ਉਹਦੇ ਕੋਲੋਂ ਕਰਾ ਲਓ ਕਿ ਇਹਦੀ ਬੇਨਤੀ ਮਹਾਰਾਜ ਸੁਣਨਗੇ। ਐਸੀ ਗੱਲ ਨਹੀਂ ਹੈ। ਬਾਣੀ ਦੇ ਵਿੱਚ ਪਾਤਸ਼ਾਹ ਜੀ ਕਥਨ ਕਰਦੇ ਹੈ, ਵਿਰਥੀ ਕਦੇ ਨਾ ਹੋ ਗਈ ਜਨ ਕੀ ਅਰਦਾਸ। ਜੇ ਜਨ ਬਣ ਕਰਕੇ ਅਰਦਾਸ ਕਰਾਂਗੇ, ਨਿਮਰਤਾ ਦੇ ਵਿੱਚ ਆ ਕੇ ਬੇਨਤੀ ਕਰਾਂਗੇ, ਨੀਵੇਂ ਹੋ ਕੇ ਕਰਾਂਗੇ ਤੇ ਸਤਿਗੁਰੂ ਜੀ ਜ਼ਰੂਰ ਸੁਣਦੇ ਹੈ।
ਪਰ ਜੇਕਰ ਸਾਡੇ ਮਨ ਦੇ ਵਿੱਚ ਅਭਿਮਾਨ ਹੋਵੇ, ਅਹੰਕਾਰ ਹੋਵੇ, ਮਾਣ ਹੋਵੇ, ਤੇ ਫਿਰ ਜਿਹੜੀ ਕੀਤੀ ਅਰਦਾਸ ਬੇਨਤੀ ਤੇ ਸਾਧ ਸੰਗਤ ਜੀ ਉਹ ਜਿਹੜੀ ਉਹ ਪ੍ਰਵਾਨ ਨਹੀਂ ਹੁੰਦੀ। ਸੋ ਇਸ ਵਾਸਤੇ ਦਾਸ ਦੀ ਜਿਹੜੀ ਇਹ ਵਿਚਾਰ ਤੋਂ ਭਾਵ ਇਹ ਹੈ ਕਿ ਸਮਾਂ ਭਾਵੇਂ ਕਿਸ ਤਰ੍ਹਾਂ ਦਾ ਮਰਜ਼ੀ ਹੋਵੇ, ਇਹਦਾ ਮਤਲਬ ਇਹ ਨਹੀਂ। ਇੱਥੇ ਦੋ ਚੀਜ਼ਾਂ ਜਿਹੜੀਆਂ ਧਿਆਨ ਦੇਣਾ। ਪਹਿਲੀ ਗੱਲ ਇਹ ਕਿ ਸਾਡੇ ਮਨ ਦੇ ਵਿੱਚ ਜਿਹੜੀ ਇਹ ਨਹੀਂ ਗੱਲ ਹੋਣੀ ਚਾਹੀਦੀ ਕਿ ਜੇਕਰ ਸਾਡੀ ਭਾਵਨਾ ਨਹੀਂ ਤੇ ਦੁਨੀਆ ਦੀ ਵੀ ਭਾਵਨਾ ਹੀ ਖਤਮ ਹੋ ਗਈ ਹੈ। ਤੇ ਜੇ ਹੁਣ ਸਾਡੀ ਭਾਵਨਾ ਹੈ ਤੇ ਇਹ ਕਹੀਏ ਵੀ ਦੁਨੀਆ ਦੀ ਭਾਵਨਾ ਨਹੀਂ, ਇੱਥੇ ਵੀ ਅਸੀਂ ਗਲਤ ਹੋ ਜਾਵਾਂਗੇ, ਕਿਉਂਕਿ ਹਰ ਸਿੱਕੇ ਦੇ ਦੋ ਪਹਿਲੂ ਹੋਇਆ ਕਰਦੇ ਆ। ਇਸ ਕਰਕੇ ਸਾਧ ਸੰਗਤ ਜੀ ਸਾਨੂੰ ਜਿਹੜਾ ਭਰੋਸਾ ਰੱਖਣਾ ਚਾਹੀਦਾ ਗੁਰੂ ਸਾਹਿਬ ਦੇ ਉੱਤੇ ਤੇ ਭਾਵਨਾ ਰੱਖਣੀ ਚਾਹੀਦੀ ਹੈ। ਉਹ ਹਰ ਇੱਕ ਸਾਡਾ ਕਾਰਜ ਪੂਰਾ ਕਰਦਾ ਹੈ। ਇਸ ਕਰਕੇ ਜੋ ਮੰਗੈ ਠਾਕਰ ਆਪਣੇ ਤੇ ਸੋਈ ਸੋਈ ਦੇਵ। ਦਿੰਦਾ ਤੇ ਉਹ ਸਭ ਕੁਝ ਹੈ, ਪਰ ਕਈ ਵਾਰੀ ਜਿਹੜਾ ਅਸੀਂ ਕਾਰਜ ਰੱਖਦੇ ਹਾਂ, ਕਈ ਵਾਰੀ ਸਾਡੀ ਮੰਗ ਐਡੀ ਵੱਡੀ ਹੁੰਦੀ ਹੈ ਕਿ ਉਹਨੂੰ ਪੂਰੀ ਹੋਣ ਵਾਸਤੇ ਥੋੜ੍ਹਾ ਸਮਾਂ ਜ਼ਰੂਰ ਲੱਗ ਸਕਦਾ, ਪਰ ਉਹ ਸਾਡੇ ਕਾਰਜ ਵੀ ਹੁੰਦਾ ਅਤੇ ਉਹ ਕਿਰਪਾ ਵੀ ਹੁੰਦੀ ਹੈ। ਕਈ ਵਾਰੀ ਕੋਈ ਕਾਰਜ ਛੋਟਾ ਹੀ ਹੁੰਦਾ ਹੈ, ਉਹ ਛੇਤੀ ਪੂਰਾ ਹੋ ਜਾਂਦਾ ਹੈ। ਕਈ ਵਾਰੀ ਘਰ ਦੇ ਵਿੱਚ ਬੱਚਾ ਕੋਈ ਮੰਗ ਕਰਦਾ ਹੈ ਅਤੇ ਮਾਂ ਪਿਓ ਤੁਰੰਤ ਪੂਰੀ ਕਰ ਦਿੰਦਾ ਹੈ, ਅਤੇ ਕਈ ਵਾਰੀ ਬੱਚਾ ਇੱਛਾ ਹੀ ਵੱਡੀ ਕਰ ਲੈਂਦਾ, ਮਾਂ ਪਿਓ ਦੇ ਜਿਹੜੇ ਹੈ ਉਹਦੇ ਭਾਵ ਕਿ ਉਹਦੀ ਪੂਰੀ ਮੰਗ ਕਰਨ ਵਾਸਤੇ ਉਹ ਪੂਰਾ ਨਹੀਂ ਹੁੰਦਾ। ਸਮਾਂ ਐਸਾ ਹੁੰਦਾ ਕਿਸੇ ਵੇਲੇ ਕੋਲੇ ਕੁਝ ਨਹੀਂ ਹੁੰਦਾ। ਇਸੇ ਤਰ੍ਹਾਂ ਜਿਹੜੀ ਅਸੀਂ ਮੰਗ ਕਰਦੇ ਹਾਂ, ਗੁਰੂ ਪਿਤਾ ਵੀ ਵੇਖਦਾ ਵੀ ਇਹਦੇ ਲਾਇਕ ਹੈ ਕਿ ਨਹੀਂ। ਇਸ ਵਾਸਤੇ ਕਰਦਾ ਸਾਰੀਆਂ ਪੂਰੀਆਂ ਅਰਦਾਸਾਂ ਬੇਨਤੀਆਂ, ਪਰ ਜਿਹੜੀਆਂ ਨਹੀਂ ਹੁੰਦੀਆਂ ਉਹਦਾ ਕਾਰਨ ਇਹੀ ਆ ਕਿ ਉਹਦੇ ਅਸੀਂ ਹਾਲੇ ਯੋਗ ਨਹੀਂ। ਸੋ ਇਸ ਕਰਕੇ ਇਤਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ। ਅਤੇ ਜਦੋਂ ਵੀ ਗੁਰੂ ਸਾਹਿਬ 'ਤੇ ਹੀ ਬੇਨਤੀ ਕਰਨੀ ਹੈ, ਮਨ ਦੇ ਵਿੱਚ ਭਾਵਨਾ ਰੱਖੀਏ ਅਤੇ ਭਰੋਸਾ ਰੱਖੀਏ, ਅਰਦਾਸ ਵੀ ਸਾਡੀ ਪੂਰੀ ਹੋਵੇਗੀ ਅਤੇ ਸੁਣੂਗਾ ਵੀ। ਇਹ ਨਹੀਂ ਗੱਲ ਕਿ ਉਹ ਸੁਣੂਗਾ ਨਹੀਂ, ਪਰ ਪਹਿਲਾਂ ਜਿਹੜਾ ਭਰੋਸਾ ਗੁਰੂ 'ਤੇ ਹੋਣਾ ਚਾਹੀਦਾ ਅਤੇ ਦੂਜਾ ਆਪਣੇ ਆਪ 'ਤੇ। ਅਤੇ ਜੇ ਮਨ ਦੇ ਵਿੱਚ ਇਹ ਹੋਏ ਕਿ ਮੇਰੀ ਤਾਂ ਸੁਣਨੀ ਨਹੀਂ, ਫਿਰ ਨਹੀਂ। ਮਨ ਦੇ ਵਿੱਚ ਭਾਵਨਾ ਬਣਾ ਕੇ ਅਰਦਾਸ ਬੇਨਤੀ ਕਰੋ।